अंगद दुख निकंदन अमरदास गुर हृदय त्यावो, गुर हृदय त्यावो। श्री गुरु रामदास गुण गावो, श्री अर्जन विघ्नन के नाशक, विघ्नन के नाशक। हर गोबिंद शुभ सुमत प्रकाशक। श्री हर राय नमो कर जोरी, नमो कर जोरी। गुर हर कृष्ण बनाए बहोरी, तेग बहादुर परम कृपाला जी, परम कृपाला। श्री गुरु गोबिंद सिंह बिसाला, तरु तरा पर पुन पुन सीसा जी, पुन पुन सीसा। बंदो बार बार जगदीशा, एक ओंकारा सतगुरु तह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। देख सुबेग सिंह छड़ दियो घोड़े, पुन से कर कर हाथ धोए जोड़े। परम सत्कारयोग धन धन साहिब श्री गुरु ग्रंथ साहिब जी की पावन पवित्र हजूरी अंदर सुभाईमान गुरु रूप गुरु प्यारी साध संगत जी वडभागे हाँ जो रोजाना ही दीवाना विच बैठ के रब्बी इलाही बाणी का हर जस कीर्तन सरवण करते हाँ। हुण आओ गुर सिखां दी खालसे दी उत्पत्ति दी कथा दे नाल जुड़न दा यतन करिए। कल दे दीवाना विच आपां विचारिया सी जकरिया खां ने सिखां दे नाल समझौता करन वास्ते भाई सुबेग सिंह जी नूं अपने कोल बुलाया अते कोल बुला के भाई सुबेग सिंह नूं सिखां दे कोल जाण वास्ते कहा। भाई सुबेग सिंह जी जकरिया खां नूं कहिंदे हन मैं जावांगा जरूर, पर कुछ सुगातां दवो तां जो मैं सिखां नूं यकीन दिवा सकां कि सरकार तुहाडे नाल समझौता करना चाहुंदी है। जकरिया खां ने जगीर नवाबी 1 लाख रुपया दे के जकरिया खां ने भाई सुबेग सिंह जी नूं तोरिया। भाई सुबेग सिंह जी लाहौर तो तुरदे हन, अंमृतसर की धरती ते पहुँचते हैं। अगले बन्ने सिखां दा दीवान लगा होया है अते सिख जिहड़े वखरी वखरी सेवा करते हैं। कोई घोड़ियां की मालिश की सेवा करता है, कोई पानी लियाउण की सेवा करता है, कोई लंगर की सेवा करता है, कोई किसी का इशनान पानी कराउण की सेवा करता है, कोई दीवान विच बैठा होया है। भाव कि वख-वख तरीकिਆਂ ਦੇ नाल सेवा करते हैं। इत्थों तक आपां कल विचारिया सी अगलेरे प्रसंग नूं भाई रतन सिंह जी भंगू किवें कलमबंद करते हैं, उहदी विचार आपां करनी है। विचार आरंभण तो पहला आओ गुरुदेव के चरणों च हाज़री लवाइए। आखो वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। देख सुबेग सिंह छड़ दियो घोड़े, देख सुबेग सिंह छड़ दियो घोड़ा। भाई सुबेग सिंह जी जिहड़े लाहौर तो जकरिया खां दी
ਦਿੱਤੀ ਹੋਈ ਖਿਲਤ, ਜਗੀਰ, ਪੈਸਾ ਅਤੇ ਨਵਾਬੀ ਲੈ ਕੇ ਸਿੱਖਾਂ ਦੇ ਕੋਲ, ਪੰਥ ਦੇ ਕੋਲ ਆਉਂਦੇ ਹਨ। ਜਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਪੈਰ ਪਾਉਂਦੇ ਹਨ ਤੇ ਸਿੱਖਾਂ ਨੂੰ ਵੇਖਦੇ ਹਨ, ਅਗਲੇ ਬੰਨੇ ਸਿੱਖ ਜਿਹੜੇ ਹਨ ਵੱਖੋ ਵੱਖਰੀ ਸੇਵਾ ਕਰਦੇ ਹਨ। ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦੀ, ਪਰ ਕਿਸੇ ਦੇ ਵਿੱਚ ਵੀ ਈਰਖਾ ਨਹੀਂ, ਦਵੈਸ਼ ਨਹੀਂ, ਕੋਈ ਸਾੜਾ ਨਹੀਂ, ਸ਼ਰੀਕਾਪਨ ਨਹੀਂ ਕਿ ਨਹੀਂ ਭਾਈ ਮੈਂ ਤੇਰੀ ਸੇਵਾ ਨਹੀਂ ਕਰਨੀ, ਮੈਂ ਤੇਰੀ ਨਹੀਂ ਕਰਨੀ, ਤੂੰ ਮੇਰੀ ਨਹੀਂ ਕਰਨੀ, ਭਾਵ ਕਿ ਇੱਦਾਂ ਦੀ ਕੋਈ ਵੀ ਗੱਲ ਨਹੀਂ। ਇਹ ਭਰਾਵਾਂ ਦੇ ਵਾਂਗੂ ਰਹਿੰਦੇ ਹਨ, ਕੋਈ ਵੀ ਸ਼ਰੀਕਾ ਆਪਸ ਵਿੱਚ ਨਹੀਂ ਆਉਣ ਦਿੰਦੇ। ਤੇ ਸਤਿਗੁਰੂ ਦੀ ਬਾਣੀ ਵੀ ਸਾਨੂੰ ਇਹੋ ਹੀ ਸਿਖਾਉਂਦੀ ਹੈ। ਤੇ ਸਾਡੇ ਵੱਡੇ ਵਡੇਰਿਆਂ ਨੇ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਇਆ ਅਤੇ ਇਸ ਮੁਕਾਮ 'ਤੇ ਪਹੁੰਚੇ। ਅਤੇ ਜਿਨ੍ਹਾਂ ਦਾ ਆਪਾਂ ਇਤਿਹਾਸ ਵਿਚਾਰਦੇ ਹਾਂ, ਸਤਿਗੁਰੂ ਦੀ ਬਾਣੀ ਵਿੱਚ ਬਚਨ ਕਹਿੰਦੇ ਹਨ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆਪਣੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਨੂੰ, ਤਜਰਬੇ ਨੂੰ, ਉਹਨਾਂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਦੇ ਵਿੱਚ ਕਮਾਇਆ ਜਾ ਸਕੇ, ਕਿਉਂਕਿ ਉਹਨਾਂ ਨੇ ਬਾਣੀ ਅਨੁਸਾਰ ਜੀਵਨ ਨੂੰ ਜੀਆ ਹੈ। ਤੇ ਬਾਣੀ ਵੀ ਮਨੁੱਖ ਨੂੰ ਸਤਿਗੁਰੂ ਜੀ ਕਹਿੰਦੇ ਹਨ ਕਿ ਉੱਚਾ ਕਰਦੀ ਹੈ। ਤੇ ਸਾਨੂੰ ਵੀ ਬਾਣੀ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ ਹੈ, ਕਿਉਂਕਿ ਹਰੇਕ ਮਨੁੱਖ ਦੇ ਅੰਦਰ ਤਕਰੀਬਨ ਵਿਕਾਰ ਹਨ। ਹਰੇਕ ਮਨੁੱਖ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਹੈ। ਹਾਂ, ਕੋਟਨ ਮੈਂ ਨਾਨਕ ਕਹੂੰ, ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਬਚਿਆ ਹੋਇਆ ਹੈ। ਜਗ ਮੈਂ ਉੱਤਮ ਕਾਢੀਆ ਹੈ, ਵਿਰਲੇ ਕਈ ਕੇ। ਜਿਹੜੇ ਬਚੇ ਹੋਏ ਹਨ ਉਹ ਵਿਰਲੇ ਹਨ, ਵਰਨਾ ਸਮਾਜ ਦੇ ਵਿੱਚ ਹਰੇਕ ਮਨੁੱਖ ਜਿਹੜਾ ਇਹਨਾਂ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਹੈ। ਤੇ ਖਾਸ ਕਰਕੇ ਨਿੰਦਿਆ, ਈਰਖਾ, ਇਹਦੇ ਵਿੱਚ ਹੀ ਮਨੁੱਖ ਅੰਦਰੋਂ ਅੰਦਰ ਸੜਦਾ ਰਹਿੰਦਾ ਹੈ। ਤੇ ਈਰਖਾ ਇੱਕ ਅਜਿਹਾ ਰੋਗ ਹੈ ਜਿਹੜਾ ਮਨੁੱਖ ਨੂੰ ਅੰਦਰ ਕਦੀ ਵੀ ਚਾਅ ਨਹੀਂ ਪੈਦਾ ਹੋਣ ਦਿੰਦਾ, ਅੰਦਰ ਸ਼ਾਂਤੀ ਨਹੀਂ ਪੈਦਾ ਹੋਣ ਦਿੰਦਾ, ਅੰਦਰ ਸੜਦਾ ਹੀ ਰਹਿੰਦਾ। ਆਪਣੀ ਹੀ ਈਰਖਾ ਦੇ ਵਿੱਚ ਮਨੁੱਖ ਆਪ ਹੀ ਸੜਦਾ ਰਹਿੰਦਾ ਹੈ। ਸਤਿਗੁਰੂ ਜੀ ਨੇ ਬਚਨ ਵੀ ਬਾਣੀ ਵਿੱਚ ਕਹੇ ਹਨ ਕਿ ਮਨੁੱਖ ਜਿਹੜਾ ਹੈ ਉਹਨਾਂ ਆਪਣੇ ਦੁੱਖਾਂ ਕਰਕੇ ਨਹੀਂ ਸੜਦਾ, ਦੁੱਖਾਂ ਦਾ ਕਰਕੇ ਨਹੀਂ ਮਨੁੱਖ ਪਰੇਸ਼ਾਨ ਹੁੰਦਾ, ਜਿੰਨਾ ਮਨੁੱਖ ਕਿਸੇ ਦੇ ਸੁੱਖ ਵੇਖ ਕੇ ਜਿਹੜਾ ਵਾ ਸੜਦਾ ਹੈ, ਪਰੇਸ਼ਾਨ ਹੁੰਦਾ ਹੈ, ਬਿਮਾਰ ਹੁੰਦਾ ਹੈ। ਕਿਉਂਕਿ ਸਮਾਜ ਦੇ ਵਿੱਚ ਹਰੇਕ ਬੰਦੇ ਜਿਹੜਾ ਉਹ ਅੱਗ ਲੱਗੀ ਹੋਈ ਹੈ ਕਿ ਜੇ ਕਿਸੇ ਦੇ ਗਵਾਂਢੀ ਨੇ ਤਰੱਕੀ ਕਰ ਲਈ, ਕੋਈ ਬਾਹਰ ਚਲੇਗਾ, ਕਿਸੇ ਨੂੰ ਨੌਕਰੀ ਮਿਲ ਗਈ, ਤੇ ਦੂਸਰੇ ਨੇ ਵੇਖ ਕੇ ਸੜੀ ਜਾਣਾ ਕਿ ਫਲਾਣੇ ਨੇ ਆਹ ਕੰਮ ਕਰ ਲਿਆ, ਉਹ ਕੰਮ ਕਰ ਲਿਆ। ਸਤਿਗੁਰੂ ਜੀ ਬਾਣੀ ਵਿੱਚ ਸਮਝਾਉਂਦੇ ਹਨ ਕਿ ਮਨੁੱਖ ਦਾਤ ਦੇਣ ਵਾਲਾ ਪਰਮਾਤਮਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦਾਤਾ ਪਰਮਾਤਮਾ ਹੈ ਤੇ ਪਰਮਾਤਮਾ ਨੇ ਕਿਹਨੂੰ ਕਿਹੜੀ ਦਾਤ ਦੇਣੀ ਹੈ, ਕਦੋਂ ਦੇਣੀ ਹੈ, ਕਿਸ ਢੰਗ ਤਰੀਕੇ ਨਾਲ ਦੇਣੀ ਹੈ, ਇਹ ਪਰਮਾਤਮਾ ਦੀ ਹੀ ਮਰਜ਼ੀ ਹੈ। ਤੇ ਜਦੋਂ ਪਰਮਾਤਮਾ ਆਪਣੀ ਮਰਜ਼ੀ ਨਾਲ ਦਾਤ ਦਿੰਦਾ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਕਿ ਮਨੁੱਖ ਤੂੰ ਫਿਰ ਕਿਹੜੀ ਗੱਲੋਂ ਅੰਦਰੋਂ ਅੰਦਰੀ ਸੜਦਾ ਵਾ ਕਿ ਉਹਨੂੰ ਮਿਲ ਗਈ, ਮੈਨੂੰ ਕਿਹੜੀ ਗੱਲੋਂ ਨਹੀਂ ਮਿਲੀ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਾੜਾ ਆਪਣੇ ਅੰਦਰੋਂ ਬਾਹਰ ਕੱਢ, ਈਰਖਾ ਨਾ ਕਰ, ਕਿਉਂਕਿ ਈਰਖਾ ਦੀ ਭੱਠੀ ਵਿੱਚ ਤੂੰ ਆਪਣੇ ਆਪ ਨੂੰ ਆਪ ਹੀ ਸਾੜ ਰਿਹਾ ਹੈ। ਜਿਹੜੇ ਤੇਰੇ ਅੰਦਰ ਗੁਣ ਹਨ ਉਹ ਔਗਣਾਂ ਵਿੱਚ ਬਦਲ ਰਹੇ ਹਨ ਤੇ ਔਗਣਾਂ ਦਾ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰਦਾ ਵਾਂ। ਸਤਿਗੁਰੂ ਜੀ ਨੇ ਬਾਣੀ ਵਿੱਚ ਕੁਝ ਬਚਨ ਕਹੇ ਹਨ, ਕਿਉਂਕਿ ਬਾਣੀ ਦੇ ਅਨੁਸਾਰ ਚੱਲਾਂਗੇ ਤੇ ਸਾਡਾ ਜੀਵਨ ਜਿਹੜਾ ਰੂਹਾਨੀਅਤ ਦੇ ਵਿੱਚ ਸਫਲ ਹੋਵੇਗਾ। ਜੇ ਬਾਣੀ ਤੋਂ ਦੂਰ ਹੋ ਜਾਵਾਂਗੇ ਤਾਂ ਅੰਦਰੋਂ ਅਸੀਂ ਖੁਸ਼ਕ ਹੋ ਜਾਵਾਂਗੇ ਤੇ ਇਹਨਾਂ ਵਿਕਾਰਾਂ ਤੋਂ ਕਦੇ ਵੀ ਸਾਡਾ ਛੁਟਕਾਰਾ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਪਾਣ ਪਰਾਰਾ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਖੇਡ ਹੈ। ਕਿਸੇ ਨੂੰ ਪ੍ਰਮਾਤਮਾ ਨੇ ਰੇਸ਼ਮੀ ਕੱਪੜੇ ਦਿੱਤੇ ਹੋਏ ਹਨ, ਕਿਸੇ ਨੂੰ ਪ੍ਰਮਾਤਮਾ ਨੇ ਜਿਹੜਾ ਉਹ ਲੀਰਾਂ ਦਿੱਤੀਆਂ ਹੋਈਆਂ ਹਨ, ਕਿਸੇ ਨੂੰ ਪ੍ਰਮਾਤਮਾ ਨੇ ਚੰਗੇ ਜਿਹੜੇ ਮਹਿਲ ਮਾੜੀਆਂ ਦਿੱਤੀਆਂ ਹੋਈਆਂ ਹਨ ਤੇ ਕਿਸੇ ਨੂੰ ਜਿਹੜੀ ਪਰਾਲੀ ਵੀ ਨਸੀਬ ਨਹੀਂ ਹੋ ਰਹੀ ਕਿ ਪਰਾਲੀ ਦਾ ਆਸਰਾ ਲੈ ਕੇ ਹੀ ਆਪਣੇ ਜੀਵਨ ਨੂੰ ਗੁਜ਼ਾਰਿਆ ਜਾ ਸਕੇ। ਸਤਿਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਦੀ ਖੇਡ ਹੈ, ਪਰ ਪ੍ਰਮਾਤਮਾ ਨੇ ਖੇਡ ਜਿਹੜੀ ਮਨੁੱਖ ਦੇ ਕਰਮਾਂ ਦੇ ਹਿਸਾਬ ਦੇ ਨਾਲ ਬਣਾਈ ਹੋਈ ਹੈ। ਜਿਹੋ ਜਿਹੇ ਮਨੁੱਖ ਕੰਮ ਕਰਦਾ ਹੈ
ਉਸੇ ਅਨੁਸਾਰ ਹੀ ਪ੍ਰਮਾਤਮਾ ਮਨੁੱਖ ਨੂੰ ਰੱਖਦਾ ਹੈ। ਜਿਹੋ ਜਿਹੇ ਮਨੁੱਖ ਨੇ ਕੰਮ ਕੀਤੇ ਉਸੇ ਅਨੁਸਾਰ ਹੀ ਦਾਤ ਮਿਲਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਈਰਖਾ ਨਾ ਕਰ। ਜਿਹੜਾ ਈਰਖਾ ਦੇ ਨਾਲ ਤੂੰ ਆਪ ਸੜਦਾ ਵਾ, ਤੇ ਜੇ ਤੂੰ ਚਾਹੁੰਦਾ ਕਿ ਫਲਾਣੀ ਦਾਤ ਫਲਾਣੇ ਨੂੰ ਮਿਲੀ ਹੈ, ਗਵਾਂਢੀ ਨੂੰ ਮਿਲੀ ਹੈ, ਮੈਨੂੰ ਨਹੀਂ ਮਿਲੀ, ਤੇ ਤੂੰ ਵੀ ਉਹ ਦਾਤ ਲੈਣੀ ਚਾਹੁੰਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਚੰਗੇ ਕੰਮ ਕਰ ਕਰਕੇ ਇਸ ਦਾਤ ਨੂੰ ਤੂੰ ਵੀ ਪ੍ਰਾਪਤ ਕਰ ਲੈ। ਤੂੰ ਵੀ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾ, ਤੇ ਤੈਨੂੰ ਵੀ ਉਹ ਜਿਹੜੀ ਦਾਤ ਮਿਲ ਜਾਵੇਗੀ। ਪਰ ਨਾਲ ਹੀ ਰਹਾਉ ਵਾਲੀ ਪੰਕਤੀ ਵਿੱਚ ਕਹਿੰਦੇ ਐਰਖ ਮਨ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮਨਾ, ਈਰਖਾ ਨਾ ਕਰ, ਸੜ ਨਾ ਕਿਸੇ ਦੀ ਤਰੱਕੀ ਨੂੰ ਵੇਖ ਕੇ, ਕਿਸੇ ਦੇ ਸੁੱਖ ਨੂੰ ਵੇਖ ਕੇ, ਸਗੋਂ ਚੰਗੇ ਕੰਮ ਕਰਕੇ ਤੂੰ ਵੀ ਉਹ ਦਾਤ ਦਾ ਧਾਰਨੀ ਬਣ ਜਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਕਰਦੇ ਹਨ, ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਹਨ, ਉਹਨਾਂ ਦੇ ਅੰਦਰੋਂ ਜਿਹੜੀ ਇਹ ਭਾਵਨਾ, ਇਹ ਜਿਹੜਾ ਔਗਣ ਹੈ, ਨਾਸ਼ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਦਰਜ ਕੀਤਾ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ को वैरी ना नहीं बेगाना, सगल संग हमको बन आए। ना कोई वैरी जापदा है, ना बेगाना जापदा है, ना किसी ना ईर्खा जापदी जे, क्योंकि ये अवस्था वो है जिहड़ी अवस्था विच साडे वड्डे वडेरे जिहड़े जीवन नूं बसर कर रहे हैं। सारे जाने अंबरसर की धरती ते हन, एक दूजे नाल प्रेम दे नाल रहिंदे हन, प्रेम दे नाल जीवन नूं बतीत करते हैं, बिना शरीके तो बिना ईर्खा तो एक दूजे की सेवा करते हैं। देख सुबेग सिंह छड्ड दिओ घोड़ा। जदों भाई सुबेग सिंह जी ने वेख्या अगले बन्ने सिखां दे दीवान लगा होया है, सिंह जिहड़े दीवान विच बैठे हैं, कई सिख सेवा करते हैं, ते भाई सुबेग सिंह जी ने जदों वेख्या ते भाई सुबेग सिंह जी अपने घोड़े तो थल्ले आ गए कि मैनू इदां उच्चे चढ़ के गुरु दे हजूरी विच पंथ दे कोल नहीं जाना चाहिए, सगों मैनू निमरता दे नाल नीवा हो के जिहड़ा वा तुर के जिहड़ा खालसे दे कोल गुरु दे कोल जाना चाहिए है। कुनसे कर कर हाथ दोए जोड़े, कुनसे कर कर हाथ दोए जोड़े, कुनसे तो भाव होंदी नमस्कारा। भाई सुबेग सिंह जी ने हाथ जोड़ जोड़ के खालसे पंथ नूं, गुरु नूं, जिन्ने भी उत्थे सिंह हन सारियां नूं जिहड़ा नमस्कारां कीतियां। वाहिगुरु जी की फतेह बुलाई, वाहिगुरु जी की फतेह बुलाई। ते जदों भाई सुबेग सिंह जी दीवान दे लागे पहुँच गए, दरबार दे विच आ गए, ते भाई सुबेग सिंह ने समुचे खालसे नूं गुरु की बख्शी हुई फतेह, वाहिगुरु जी का खालसा वाहिगुरु जी की फतेह बुलाई। अकाल अकाल कह ऊंचा सुनाई, अकाल अकाल कह ऊंचा सुनाई। ते जदों भाई साहब जी ने फतेह बुलाई ते अग्यों सिखां ने जिहड़ा इस फतेह का जवाब दिता। वैसे फतेह ये एक भगती भी है, सुन भगती अते बोलन भगती। पहला जिहड़ा एक सिंह बोलता है, दूसरे सिख सुनते हैं, ये भगती है। जदों दूसरे सिख सुन लेंदे हैं फिर वो अपनी रसना तो फतेह बुलाते हैं, तो जिन्हें पहला फतेह बुलाई है फिर वो सुनता है। भाव कि इस तरीके नाल सुन भगती अते बोलन भगती है। जिहड़ा मन चित्त एकाग्र हो के बोलता है कि उहदी सुन भगती भी हो जाती है, तो उहदी जिहड़ी बोलन भगती भी हो जाती है। तो गुरु गोबिंद सिंह ने तो उपदेश ही ये दिता है कि जिहड़ा सिख सिख नूं मिल के फतेह नहीं बुलाउंदा, ਉਹਦੇ ਵੱਲ मेरी पिठ ही है, वो मेरी कृपा का कभी भी पात्र नहीं बन सकता, क्योंकि सतगुरु जी ने सानू फतेह दी है। तो सिख का पहला फर्ज ही ये है कि जदों सिख सिख नूं मिले वो जिहड़ा फतेह का जवाब फतेह विच दवे, फतेह बुलावे ते फतेह का जवाब ही अग्यों लवे। तो भाई सुबेग सिंह जी सतगुरु जी की बख्शी हुई फतेह बुलाते हैं, अग्यों सिख जिहड़े फतेह का जवाब दिंदे हैं। तो जदों फतेह का जवाब दिता फिर सारे खालसे ने भाई सुबेग सिंह जी के आउण की जिहड़ी खुशी विच जकारे भी छड्डे। अकाल अकाल कह उच्चे सुनाई, सत श्री दे जकारे भी छड्डे, क्योंकि जदों कोई महान शख्सियत आउंदी है पंथ दे विच ते पंथ उहदे सत्कार वजों उहदा सत्कार करदिआं होया सतगुरु जी दी जकारे नूं भी छड्डदे हन।
ਤੇ ਪੰਥ ਨੇ ਜਿਹੜਾ ਭਾਈ ਸੁਬੇਗ ਸਿੰਘ ਜੀ ਦੇ ਆਉਣ ਦੀ ਖੁਸ਼ੀ ਵਿੱਚ, ਕਿਉਂਕਿ ਭਾਈ ਸੁਬੇਗ ਸਿੰਘ ਦੀ ਸ਼ਖਸੀਅਤ ਬਹੁਤ ਉੱਚੀ ਹੈ, ਬਹੁਤ ਮਹਾਨ ਜੀਵਨ ਵਾਲੇ ਹਨ, ਬਾਣੀ ਦੇ ਅਨੁਸਾਰ ਜੀਵਨ ਨੂੰ ਢਾਲਿਆ ਹੋਇਆ ਹੈ, ਬਾਣੀ ਦੇ ਅਨੁਸਾਰ ਜੀਵਨ ਨੂੰ ਕਮਾਇਆ ਹੋਇਆ ਹੈ, एडा उच्चा उन्हों का आदर्श है, किरदार है, जीवन है। सारे समुचा खालसा ही पंथ ही उन्हों सत्कार करता है। तो जदों अजिही शख्सियत पंथ के कोल आउंदी है तो पंथ उहदी आउण दी खुशी विच सत्कार वजों जकारे छड्डदे हन। अग्गियों खालसा आवाज सन धरियो सीस पर हाथ, अग्गियों खालसे आवाज सन धरियो सीस पर हाथ। जदों भाई सुबेग सिंह जी ने फतेह बुलाई तो अग्गियों खालसे ने भी फतेह का जवाब दिता ते नाल जगारियां दी गूंज गुजाई। सिर तो उत्ते हथ कर करके खालसे ने जकारे छड्डे। तत खालसो रीत जो सिंह करहै उस भात, तत खालसो रीत जो सिंह करहै उस भात। भाई सुबेग सिंह जी तत खालसे दी रीत उन्हां दे तरीके अनुसार ढंग तरीके दे नाल फतेह बुलाई, क्योंकि फतेह ते सिख दा फर्ज ही है कि जिथे भी जावे सिख सिख नूं मिल के फतेह बुलावे। ते भाई सुबेग सिंह जी तत खालसे कोल आउंदे हन ते आके फतेह बुलाउंदे हन। जिम सुबेग सिंह ढिग चुग आवे, जिम सुबेग सिंह ढिग चुग आवे। ज्यों ज्यों भाई सुबेग सिंह जी झुकदे हन पंथ दे नेड़े हन, ज्यों ज्यों झुकदे हन निमरता विच आउंदे जांदे हन। करे गुणस और शीस झुकावे, करे गुणस और शीस झुकावे। भाई सुबेग सिंह जी धरती ते हथ ला के नमस्कार करते हैं। खालसे नूं जिहड़ा वा ओह नमस्कारां करते हैं ते खालसे वाल तुरे आउंदे हन। जदों घोड़े तो उतरते हैं वो जिहड़ियां गल्लां भाई रतन सिंह जी दसदे हैं कि जदों घोड़े तो वेख्या भी अगे खालसा है तो भाई सुबेग सिंह जी घोड़े तो उतर के धरती नूं हथ ला के नमस्कारां करदियां होया पंथ दे कोल आ रहे हैं। देख खालसा होए प्रसन्न, देख खालसा होए प्रसन्न। जदों भाई सुबेग सिंह जी पहुँच गए दरबार विच, फतेह का जवाब फतेह बुलाई फतेह का जवाब मिलिया तो समुचा खालसा भाई सुबेग सिंह जी नूं वेख के बड़ा प्रसन्न होया। कहे खालसा अग्गियों धन, कहे खालसा अग्गियों धन। खालसा अग्गियों कहंदा भाई सुबेग सिंह जी तुसीं धनता जोग जे जिन्हां ने खालसे पंथ दे विच आके शमूलीयत कीती है। दरबार दे विच आए जे, दीवान दे विच आए जे। ढुग ढिग सिंह सो रहियो खुलाए, ढुग ढिग सिंह सो रहियो खलोए। भाई सुबेग सिंह जी निमरता वस शीस झुका के गल विच पल्ला पा के ते पंथ दे अगे खलोते हुए हैं। इहो ही असल विच सच्चे करदार दियां निशानियां हन, उच्चे करदार दियां निशानियां हन। आपस को जो जाने नीचा सो गणिया सब ते ऊंचा। जिहड़ा अपने आप नूं नीवां गिणदा है वो जिहड़ा गुरु दियां नज़रां विच, खालसे दियां नज़रां विच, परमात्मा दियां नज़रां विच बहुत उच्चा है। ते जिहड़ा अपने आप नूं उच्चा गिणदा है बाकी समाज नूं नीवां गिणदा है। ते उन्हां दे बारे सतगुरु जी कहंदे जे को बहुत करे अहंकार ਉਹ ਖਿਨਮੈ ਰੁਲਦਾ ਖਾਕੂ ਨਾਲ। ਉਹ ਜਿਹੜਾ ਖਾਕ ਹੋ ਜਾਂਦਾ ਹੈ ਮਿੱਟੀ ਦੇ ਵਿੱਚ ਰੁਲ ਜਾਂਦਾ ਹੈ ਜਿਹੜਾ ਹੰਕਾਰ ਵਾਲੀ ਬੇਤੀ ਦੇ ਵਿੱਚ ਆਪਣੇ ਆਪ ਦਾ ਜੀਵਨ ਗੁਜ਼ਾਰਦਾ ਹੈ। ਹੋਏ ਪ੍ਰਸੰਨ ਬਚ ਖਾਲਸਾ ਕੀਓ, ਹੋਏ ਪ੍ਰਸੰਨ ਬਚ ਖਾਲਸਾ ਕੀਓ। ਸਮੁੱਚੇ ਖਾਲਸੇ ਨੇ ਭਾਈ ਸੁਬੇਗ ਸਿੰਘ ਜੀ ਨੂੰ ਵੇਖ ਕੇ ਪ੍ਰਸੰਨ ਹੋਏ ਤੇ ਭਾਈ ਸੁਬੇਗ ਸਿੰਘ ਜੀ ਖਾਲਸੇ ਦੇ ਕੋਲ ਜਾ ਕੇ ਬੜੇ ਖੁਸ਼ ਹੋਏ ਤੇ ਫਿਰ ਖਾਲਸਾ ਜਿਹੜਾ ਹੈ ਉਹ ਸੁਬੇਗ ਸਿੰਘ ਜੀ ਦੇ ਨਾਲ ਵਾਰਤਾਲਾਪ गोष्ठ विचारा करता है। खालसे हुक्म कियो पंज भुजंगण, खालसे हुक्म कियो पंज भुजंगण। खालसे दे जिहड़े पंज प्यारे हैं जिहड़े गुरु गोबिंद सिंह दा रूप है खालसा मेरो रूप है खास, खालसे में हम करो निवास। जिहड़े पंज प्यारे साहबान हैं उन्होंने फिर भाई सुबेग सिंह जी नूं जिहड़ा वा हुक्म कीता तनख्वाह बनाए बख्शियो पल रंगन, तनख्वाह बनाए बख्शियो पल रंगन।
भाई सुबेग सिंह जी उन्होंने जिहड़ा वा परमात्मा के नाम दे विच रंगे हुए हन अते उन्होंने जिहड़ा वा परमात्मा के अगे झुके हुए हन, परमात्मा के नाम विच रंगे हुए हन अते खालसे दे वल्लों भी वो पूरा समर्पित हन। सुबेग सिंह तो पंथ बहायो, सुबेग सिंह तो पंथ बहायो। भाई सुबेग सिंह जी नूं बड़े सत्कार दे नाल सारे पंथ ने जिहड़ा दरबार दे विच बिठाया। कर आदर उस प्रसन्न पुछायो, कर आदर उस प्रश्न पुछायो। ते सत्कार दे नाल फिर खालसा पुछदा है भाई सुबेग सिंह जी तुसी की अज किहड़े मकसद दे नाल साडे कोल आए जे, किहड़ा मकसद लेके आए जे, की कारण करके आए जे, वो जिहड़ी गल खालसे अगे रखो क्योंकि सानू पता है तुसी सरकारी नौकर जे ते तुहानू टाइम विचों टाइम कढ़ना पैंदा है ते जदों भी तुसी आउंदे जे कोई ना कोई कारज वास्ते ही आउंदे जे जां सानू दसन वास्ते आउंदे जे, सानू सुचेत करन वास्ते आउंदे जे। अज की कारण करके आए जे, किहड़े कारज वास्ते आए जे, सानू वो जिहड़ी सारी गल खोल के दसो। खालसा जिहड़ा है भाई सुबेग सिंह जी नूं पंज प्यारे साहबान भाई जथेदार साहबान भाई दरबारा सिंह जी जिहड़े उस वक्त श्री अकाल तख्त साहब की गवाही करते हैं वो जिहड़े कहते हैं भाई सुबेग सिंह जी नूं आप सारी गल खालसे पंथ अगे रखो। भाई सुबेग सिंह जी खालसे पंथ की गल नूं सुनते हैं तो फिर बड़े प्यार दे नाल खालसे अगे बेनती करते हैं कि खालसा जी मैं इस मकसद दे नाल अज तुहाडे कोल आया हाँ, वो किहड़ा मकसद है वो विचार आपां कल दे दीवानां च करांगे। इन्नियां बेनतियां प्रवान करनियां गुरु अते संगत बख्शनहार है। वाहिगुरु जी का खालसा वाहिगुरु जी की फतेह। विसरना ही दाता